जयपाल भुल्लर की दूजी पोस्टमार्टम की रिपोर्ट आ चुकी है, पर इस रिपोर्ट ਨੂੰ ਲੈ ਕੇ एक बार फिर तो बवाल मच गया है क्योंकि इस रिपोर्ट ਦੇ ਵਿੱਚ जो खुलासा किया गया है, जो पहली रिपोर्ट सी उस दे नाल मिलदी जुलदी ये रिपोर्ट है। साफ तौर पर कहा गया है दूजी रिपोर्ट ਦੇ ਵਿੱਚ भी कि जयपाल भुल्लर की मौत जो है उस दा कारण गोली लगन का दस्सिया जा रहा है। पर दूजे पासे इस रिपोर्ट ਦੇ ਵਿੱਚ ਇਹ भी गल लिखी गई है कि जयपाल भुल्लर ਨੂੰ ਸਰੀਰਕ ਤੌਰ ਤੇ ਟੌਰਚਰ नहीं किया गया। ਤਾਂ ਇਹ ਦੂਜੀ ਰਿਪੋਰਟ ਨੂੰ ਲੈ ਕੇ जयपाल भुल्लर ਦੇ ਪਿਤਾ ਸਾਹਮਣੇ ਆਏ ਨੇ ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ। इतों तक कि अपने खुद वकील के उत्ते गंभीर इल्जाम लगाए गए ने कि आखिरकार असी कानूनी कार्रवाई कर रहे सानू पता सी कि किस तरह इस मामले दे विच अगे वधिया जा सकता है, किस तरह कानूनी कार्रवाई करके साडी मंग पूरी हो सकती है। पर दूजे पासे साडे वकील दे वल्लों ही इस मामले दे विच ढिल वरती गई है। इस दे नाल ही जयपाल भुल्लर दे पिता ने साफ तौर ते यह भी इल्जाम लगाए ने कि डॉक्टर ये दस्सण कि जेकर जयपाल भुल्लर की मौत गोलियां लगन करके हुई है तो उसके शरीर के उत्ते जो 22 के करीब जख्म ने, उस जख्मां उस सट के निशान किस तरह आए, उस जख्म उवें दे उवें ने शरीर के उत्ते जेकर पुलिस के वल्लों उसनूं टॉर्चर नहीं किया गया तो की मेरा पुत कोई युद्ध लड़ रहा सी जां फिर WWF दे विच रैसलिंग कर रहा सी। तां इन्हां दे जवाब पुलिस नूं देने पैणगे। तां अज जो है फिरोजपुर विखे जयपाल भुल्लर की मृतक देह दा अंतिम संस्कार करीब 2 बजे किया जाएगा। हालांकि इस तो पहला कहा जा रहा सी कि बीते कल जिवें ही पोस्टमार्टम होया कल शाम तक रिपोर्ट आ जाएगी, पर अज सवेरे रिपोर्ट सामने आई है जिस दे विच ये गल कही गई है कि जयपाल भुल्लर की मौत का कारण गोलियां लगना दस्सिया जा रहा है ते उसनूं टॉर्चर नहीं किया गया। पर दूजी पोस्टमार्टम की रिपोर्ट नूं लैके पिता ने साफ तौर पर इल्जाम वकील के उत्ते भी लगा दिते ने ते नाल ही डॉक्टरां तो भी कई तरह के सवाल किए ने। की कुछ कहना है जयपाल भुल्लर के पिता का, तुसीं भी सुणो। DIG ਜਾਂ ਪਤਾ ਨਹੀਂ IG ਗੁਰਮੀਤ ਸਿੰਘ ਚੌਹਾਨ ਤੇ ਮੈਂ ਕਹਿ ਰਿਹਾ ਸੀ ਉਹਨਾਂ ਨੂੰ ਪਤਾ ਸੀ ਵੀ ਸਾਡੇ ਹੁਕਮ ਨਾਲ ਸਭ ਕੁਝ ਹੋਇਆ, ਸਾਡੀ ਹੋਇਆ ਤੇ ਉਹ ਸਾਰੇ ਪ੍ਰਬੰਧ ਕਰ ਰਹੇ ਨੇ। ਮੇਰੇ ਵਰਗਾ ਗਰੀਬ ਆਦਮੀ, ਮੇਰੇ ਵਰਗਾ ਗਰੀਬ ਬੁੱਢਾ ਨੌਜਵਾਨ ਪੁੱਤ ਦੀ ਲਾਸ਼ ਲੈ ਕੇ ਦੱਸੋ ਮੈਂ ਹੁਣ ਕਿੱਥੇ ਜਾਵਾਂ, ਧਰਮਰਾਜ ਕੋ ਜਾਵਾਂ? ਸਰਜਰੀ ਰਿਪੋਰਟ ਆਈ ਤੇ ਕੀ ਕਰਾਂ? ਤੇ ਬਾਕੀ ਉਹਨਾਂ ਚਲੋ ਜੇ ਇੰਜਰੀ ਵੀ ਨਾ ਲਿਖਦੇ ਤੇ ਮੈਂ ਉਹਨਾਂ ਦਾ ਕੀ ਕਰ ਲੈਣਾ? ਮੈਂ ਤੇ ਉਹ ਡਾਕਟਰਾਂ ਦਾ ਇੰਨਾ ਵੀ ਧੰਨਵਾਦੀ ਹਾਂ ਵੀ ਚਲੋ ਤੁਸੀਂ ਵੀ ਜੌਬ ਕਰਦੇ ਹੋ ਤੇ ਤੁਹਾਡੀ ਕੋਈ ਜੌਬ ਦੀ ਨੌਕਰੀ ਦੀ ਮਜਬੂਰੀ ਹੋਏਗੀ ਤੇ ਜੇ ਤੁਸੀਂ ਇੰਜਰੀ ਵੀ ਨਾ ਲਿਖਦੇ ਤੇ ਮੈਂ ਕੀ ਕਰਦਾ? ਤੇ ਦੁਬਾਰਾ ਕੋਰਟ 'ਚ ਵੀ ਜਾਂਦੇ ਤੇ ਉਹ ਕਹਿੰਦੇ ਕਿ ਅੱਗੇ ਦੁਬਾਰਾ ਪੋਸਟਮਾਰਟਮ ਕਰਾਇਆ, ਹੁਣ ਅਸੀਂ ਕੀ ਕਰੀਏ? ਉਹਨਾਂ ਦੇ ਵੀ ਆਪਣੇ ਹੁੰਦੇ ਆ, ਅਦਾਲਤ ਦੇ ਵੀ। ਤੇ ਮੈਂ ਬਹੁਤ ਹਾਈ ਕੋਰਟ ਦਾ ਤੇ ਸੁਪਰੀਮ ਕੋਰਟ ਦਾ, ਸਿਰਫ ਉਹਨਾਂ ਦਾ ਤੇ ਤੁਹਾਡਾ ਮੈਂ ਕਰਦਾ ਵੀ ਦੁਬਾਰਾ ਪੋਸਟਮਾਰਟਮ ਹੋ ਸਕਿਆ ਤੇ ਉਹ ਆਈਆਂ। ਬਾਕੀ ਉਹ ਇੰਜਰੀ ਜਿਹੜੀਆਂ, ਹਾਂ ਇੱਕ ਗੱਲ ਹੈ ਵੀ ਉਹ ਇੰਜਰੀ ਉਹਨੂੰ ਜਿੰਦਾ ਹੁੰਦਿਆਂ ਲੱਗੀਆਂ, ਉਹਨੂੰ ਜਿਹੜੀਆਂ ਸੱਟਾਂ ਨੇ ਉਹ ਜਿੰਦਾ ਹੁੰਦਿਆਂ ਰਿਪੋਰਟ 'ਚ ਆਇਆ ਵੀ ਸੱਟਾਂ ਲੱਗੀਆਂ। ਤੇ ਥੱਲੇ ਡਾਕਟਰ 2 ਲੈਣਾ ਲਿਖ ਦਿੰਦੇ ਆ ਵੀ ਉਹ ਟਾਰਚਰ ਨਹੀਂ ਕੀਤਾ ਗਿਆ। ਉਹਨੂੰ ਜਦੋਂ ਜਿੰਦਾ ਨੂੰ ਸੱਟਾਂ ਲੱਗੀਆਂ ਤੇ ਉਦੋਂ ਬਾਅਦ ਉਹਨੂੰ ਗੋਲੀਆਂ ਮਾਰੀਆਂ। ਤੇ ਤੁਸੀਂ ਦੱਸੋ ਵੀ ਇਹ ਡਾਕਟਰ ਦੀ ਕੀ ਮਜਬੂਰੀ ਹੋਏਗੀ ਥੱਲੇ ਉਹਨੂੰ ਇਹ ਗੱਲ ਨਾ ਪੁੱਛੀ, ਉਹ ਨਾ ਲਿਖਦਾ ਕੁਛ ਵੀ, ਇਹ ਗੱਲ ਨਾ ਲਿਖਦਾ ਟਾਰਚਰ ਉਹ ਕੋਈ ਡਾਕਟਰ ਉੱਥੇ ਵੀਡੀਓਗ੍ਰਾਫੀ ਤੇ ਕਰਨੀ ਸੀ ਰਿਹਾ ਜੋ ਪੁਲਿਸ ਟਾਰਚਰ ਕਰ ਰਹੀ ਸੀ ਜਾਂ ਫੜ ਰਹੀ ਸੀ ਤੇ ਉਹਨੂੰ ਇਹ ਗੱਲ ਦਾ ਕੀ ਪਤਾ? ਜੇ ਫਿਜ਼ੀਕਲ ਟਾਰਚਰ ਨਹੀਂ ਲੱਗੀਆਂ ਤਾਂ ਹੋਰ ਕੋਈ ਉਹ WWF ਕਰ ਰਿਹਾ ਸੀ ਵੀ ਉੱਥੇ ਖੜਾ ਸੀ ਵੀ ਲੱਗ ਗਈਆਂ। ਡਾਕਟਰ ਨੂੰ ਐਡੇ ਵੱਡੇ ਅਹੁਦੇ 'ਤੇ ਰਹਿ ਕੇ ਥੋੜ੍ਹਾ ਬਹੁਤਾ ਰੱਬ ਤੋਂ ਡਰਨਾ ਚਾਹੀਦਾ ਸੀ। ਪਰ ਇੱਥੇ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਵੀ ਇੱਥੇ ਕੋਈ ਚੀਜ਼ ਨਹੀਂ। ਜੇ ਆ ਇੱਕ ਪੋਸਟਮਾਰਟਮ ਕਰਾਉਣ ਲਈ ਕਿੰਨੇ ਦਿਨ ਜਾਂ ਕਿੱਥੇ ਕਿੱਥੇ ਧੱਕੇ ਖਾਣੇ ਪਏ, ਕਿਵੇਂ ਮੈਨੂੰ ਚੱਕਰ 'ਚ ਪਾਇਆ ਗਿਆ, ਕਿਵੇਂ ਗਲਤ ਵਕੀਲ ਹਾਇਰ ਕਰਾਇਆ ਗਿਆ। ਉਹ ਹੁਣ ਕੀ ਪਤਾ ਕੀ ਗੱਲ ਹੋਏਗੀ ਜਿਹਨੇ ਇੱਕ ਪੇਜ ਦੀ ਪਾ ਕੇ ਤੇ ਇਹ ਕੀਤਾ ਤੇ ਫਿਰ ਦੁਬਾਰਾ ਸੁਪਰੀਮ ਕੋਰਟ ਜਾਣਾ ਪਿਆ। ਮਾਨਯੋਗ ਸੁਪਰੀਮ ਕੋਰਟ ਨੇ ਫਿਰ ਆਰਡਰ ਕੀਤੇ, ਫਿਰ ਉਹ ਹਾਈ ਕੋਰਟ ਨੇ ਆਰਡਰ ਕੀਤੇ ਵੀ
ਫਿਰ ਉਹ ਹੀ ਹੋਇਆ, ਫਿਰ ਠੀਕ ਕਿਉਂ ਹੋ ਗਿਆ? ਫਿਰ ਪੋਸਟਮਾਰਟਮ ਦੁਬਾਰਾ ਹੋਇਆ। ਫਿਰ ਤੁਹਾਡੇ ਸਾਹਮਣੇ ਮੈਂ ਉੱਥੋਂ ਕੈਂਡੀ ਮੰਗ ਕੇ ਤੇ ਉਹ ਰੱਖੀ। ਇਹਨਾਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਨਾ ਕਿਵੇਂ ਡੈੱਡ ਬੋਡੀ ਹੋ ਜੇ। ਜਨਰੇਟਰ ਰੱਖਿਆ ਇੱਥੇ ਤੇ 1 ਮਿੰਟ ਵੀ ਮਿਸ ਨਹੀਂ ਕੀਤਾ, ਤੁਹਾਡੇ ਸਾਹਮਣੇ ਉਹਨੂੰ ਕੀਤਾ। ਲਾਸਟ ਜਦੋਂ ਵੇਖੋ, ਪਹਿਲਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਅਸੀਂ ਇਕੱਠੇ ਕਰਕੇ ਪੈਸੇ ਦੇ ਦਿੰਦੇ ਹਾਂ ਕਿਰਾਇਆ। ਉਹ ਜੇ ਕੁਛ ਲੋਕ ਮੈਨੂੰ ਕਹਿੰਦੇ ਵੀ ਅਸੀਂ 1000 2000 ਕਰ ਦਿੰਦੇ ਹਾਂ ਜੀ, ਤੇ ਜੇ ਇਹ ਬਾਅਦ 'ਚ ਸੁਪਰੀਮ ਕੋਰਟ ਦੇ ਆਰਡਰ ਨਾਲ ਕਿਸੇ ਦੀ ਡੋਨੇਟ ਕੀਤੀ ਮਸ਼ੀਨ ਇੱਥੇ ਲਾ ਸਕਦੇ ਆ, ਤੇ 12 ਤਰੀਕ ਨੂੰ ਵੀ ਲਾ ਸਕਦੇ ਸੀ। ਮੈਂ ਜੋ DC ਸਾਹਿਬ ਕੋਲ ਗਿਆ ਸਾਂ ਤੇ ਮੁੜ ਕੇ ਹਾਈ ਕੋਰਟ ਗਿਆ ਤੇ ਉਹਨਾਂ ਨੂੰ ਵੀ ਕਿਹਾ, ਤੇ ਉਹ ਉਧਰ ਵੀ ਲੱਗ ਸਕਦੀ। ਇੱਥੇ ਦੇ ਮੇਰੇ ਵਰਗੀਆਂ ਲੋਕਾਂ ਦਾ ਇਸ ਦੇਸ਼ 'ਚ ਪਹਿਲਾਂ ਗੱਲ ਤੇ ਤੁਸੀਂ ਸਮਝਦੇ ਹੋ ਵੀ ਉੱਥੇ ਜਾਣਾ ਕੋਈ ਸੌਖਾ ਕੰਮ ਨਹੀਂ। ਆਮ ਬੰਦਾ ਜਾਂ ਅਨਪੜ੍ਹ ਅਸੀਂ ਤੇ ਥੋੜ੍ਹੇ ਜਿਹੇ ਆ ਵੀ ਕਾਨੂੰਨ ਨੂੰ ਸਮਝਣ ਵਾਲੇ ਬੰਦੇ ਸਾਂ, ਤੇ ਸਿਰਫ ਕਾਨੂੰਨ ਦੀ ਸਮਝ ਕਰਕੇ ਹੀ ਮਨ 'ਚ ਆਇਆ ਵੀ ਇਹ ਇੰਨਾ ਗਲਤ ਤੇ ਧੱਕਾ ਹੋ ਰਿਹਾ। ਤੇ ਆਮ ਜਿਨ੍ਹਾਂ ਨੂੰ ਇਹ ਕਾਨੂੰਨ ਦਾ ਨਹੀਂ ਪਤਾ ਵੀ ਪੁਲਿਸ ਜੋ ਕਰਦੇ ਜਾਂ ਇੱਧਰ ਉੱਧਰ ਜੋ ਸਮਝਦੇ ਆ ਵੀ ਇਹ ਵੀ ਲਾਸਟ ਆ, ਤੇ ਉੱਥੇ ਇਹ ਦੇਸ਼ 'ਚ ਕੀ ਹੁੰਦਾ ਹੋਵੇਗਾ ਤੇ ਕੀ ਹੋ ਰਿਹਾ, ਇਹ ਇੱਕ ਸੋਚਣ ਵਾਲੀ ਗੱਲ ਹੈ। ਤੇ ਹੁਣ ਜਿਹੜੀ ਤੁਸੀਂ ਦੱਸਿਆ ਵੀ ਉਹ ਯਾਦਵਿੰਦਰ 4 ਲਾਸਟ ਲੈਣਾ, ਉਹਨੂੰ ਸਾਰੀ ਰਿਪੋਰਟ ਪੜ੍ਹਨੀ ਚਾਹੀਦੀ ਆ। ਮੇਰੀ ਯਾਦਵਿੰਦਰ ਨਾਲ ਗੱਲ ਹੋਈ ਆ, ਮੈਂ ਟੋਟਲ ਰਿਪੋਰਟ ਤੇ ਪੜ੍ਹ ਕੇ 22 ਇੰਜਰੀ ਲਿਖੀ ਆ। ਤੂੰ ਇਹਨਾਂ ਦੀ ਟਾਰਚ ਨਹੀਂ, ਤੈਨੂੰ ਤਾਂ ਸਵਾਲ ਖੜਾ ਕਰਨਾ ਚਾਹੀਦਾ। ਤੂੰ ਇੱਕ ਚੰਗਾ ਰਿਪੋਰਟਰ ਆ ਤੇ ਉਹ ਕਰਦਾ, ਤੈਨੂੰ ਇਹ ਮੁੱਦਾ ਤੈਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ। ਸੱਟਾਂ ਲੱਗੀਆਂ ਤੇ ਜਿੰਦਿਆਂ ਲੱਗੀਆਂ, ਤੇ ਉਹ ਸੱਟਾਂ ਜਿਹੜੀਆਂ ਫਿਜ਼ੀਕਲ ਟਾਰਚਰ ਨਹੀਂ, ਉਹ ਮਾਲਸ਼ ਕਰਦਿਆਂ ਲੱਗੀਆਂ। ਫਿਜ਼ੀਕਲ ਟਾਰਚਰ ਉਹਨਾਂ ਨਹੀਂ ਕੀਤਾ। ਆਪਣੀ ਵੱਲੋਂ ਕੋਸ਼ਿਸ਼ ਕੀਤੀ ਪੂਰੀ ਕਿ ਪੁਲਿਸ ਨੇ ਕੁਛ ਨਹੀਂ ਕੀਤਾ। ਤੇ ਸੱਟਾਂ ਵੀ ਇਹਨੂੰ ਇਹ ਪਤਾ ਸੀ, ਮੈਂ ਉੱਥੇ ਕਹਿ ਦਿੱਤਾ ਸੀ ਵੀ ਜੇ ਉਹ ਨਾ ਹੋਇਆ ਤਾਂ ਮੈਂ ਦੁਬਾਰਾ ਕੋਰਟ 'ਚ ਜਾਵਾਂਗਾ। ਮੈਂ ਉੱਥੇ ਡਾਕਟਰਾਂ ਸਾਹਮਣੇ ਕਹਿ ਦਿੱਤਾ ਸੀ ਅੰਦਰ, ਤੇ ਮੈਂ ਉਹਨਾਂ ਨੂੰ ਆਪ ਅੰਦਰ ਜਾ ਕੇ ਡੈੱਡ ਬੋਡੀ ਆਪਣੇ ਇਹਨਾਂ ਹੱਥਾਂ ਨਾਲ, ਨੰਗੇ ਹੱਥਾਂ ਨਾਲ ਮੈਂ ਉੱਥੇ ਉਂਗਲਾਂ ਰੱਖ ਕੇ ਉਹਨਾਂ ਨੂੰ ਵਿਖਾਈਆਂ ਵੀ ਆਹ ਦੇਖੋ ਨਿਸ਼ਾਨ ਹੈ ਜੀ, ਆਹ ਦੇਖੋ ਨਿਸ਼ਾਨ ਹੈ ਜੀ, ਆਹ ਟੁੱਟੀ ਹੈ, ਹੱਡੀ ਟੁੱਟੀ ਸੀ। ਉਹ ਵੀ ਪਿਛਲੇ ਜੋ ਬਣਾ ਗਏ ਤੇ ਉਹ ਵੀ ਉਹ ਲੈ ਗਏ ਵੀ ਇੱਥੇ ਜੀ ਗੋਲੀਆਂ ਵੱਜਣ ਨਾਲ ਹੱਡੀ ਟੁੱਟੀ ਹੈ, ਜਦੋਂ ਕਿ ਬਿਲਕੁਲ ਟਾਰਚਰ ਕਰਕੇ ਤੋੜੀ ਗਈ ਸੀ, ਇੱਥੋਂ ਬਾਹਰ ਤੋੜੀ ਗਈ ਸੀ। ਤੇ ਜੇ ਉਹ ਇਹ ਲਿਖ ਦਿੰਦੇ ਵੀ ਉਹ 22 ਸੱਟਾਂ ਹੀ ਨਹੀਂ ਲੱਗੀਆਂ, ਫਿਰ ਵੀ ਤੁਸੀਂ ਦੱਸਦੇ ਵੀ ਮੈਂ ਕਿੱਥੇ ਜਾਂਦਾ? ਹਾਈ ਕੋਰਟ ਸੁਪਰੀਮ ਕੋਰਟ ਜਿਹੜਾ ਬੰਦਾ ਚਲਾ ਗਿਆ, ਉਹਦੇ ਕੋਲ ਥਾਂ ਕਿਹੜਾ ਬਚਿਆ? ਤੇ ਉੱਥੇ ਪੂਰੀ ਆਪਣੀ ਵਾਹ ਲਾਉਂਦੇ ਨੇ ਵੀ ਨਾ ਹੋਏ, ਤੇ ਲਾਸਟ 'ਤੇ ਇੱਥੇ ਜਿੰਨਾ ਜੋਰ ਸੀ ਇਹਨਾਂ ਲਾਤਾ। ਇਹ ਚੀਜ਼ 'ਤੇ ਜਿਹੜਾ ਇਹਦੇ 'ਤੇ ਸਵਾਲ ਖੜਾ ਰਹੇਗਾ ਕਿ ਇਹ ਸਰਕਾਰ ਤੇ ਇਹ ਅਫਸਰ IPS ਤੇ IAS ਇਹ ਦੇਸ਼ 'ਤੇ ਇਹਨਾਂ ਲੋਕਾਂ ਦੇ ਰਹਿਮੋ ਕਰਮ ਤੇ ਇੱਕ ਸਿਰਫ ਕੋਰਟ ਬਚੀ ਸੀ, ਪਰ ਉਹਨਾਂ ਕੋਰਟਾਂ ਨੂੰ ਹੀ ਆਪਣੇ ਤਰੀਕੇ ਨਾਲ ਕਰ ਰਹੇ। ਹਜ਼ਾਰਾਂ ਫੈਸਲੇ ਆਉਂਦੇ ਆ, ਨਹੀਂ ਮੰਨਦੇ, ਉਹਨੂੰ ਤੋੜ ਮਰੋੜ ਕੇ ਪੇਸ਼ ਕਰਦੇ। ਤੁਸੀਂ ਦੇਖ ਹੀ ਰਹੇ। ਅੱਜ ਕ੍ਰੀਮੇਸ਼ਨ ਹੋਏਗਾ ਪੁਲਿਸ? ਹਾਂਜੀ, ਸੰਸਕਾਰ, ਅੰਤਿਮ ਸੰਸਕਾਰ ਅੱਜ ਹਾਂਜੀ 2 ਵਜੇ। ਅੰਮ੍ਰਿਤਪਾਲ ਵੀ ਆ ਗਏ। ਤਾਂ ਤੁਸੀਂ ਸੁਣਿਆ ਕਿ ਸਾਫ਼ ਤੌਰ ਤੇ ਇਲਜ਼ਾਮ ਲਗਾਉਂਦੇ ਵਿਖਾਈ ਦੇ ਰਹੇ ਨੇ ਜੈਪਾਲ ਭੁੱਲਰ ਦੇ ਪਿਤਾ। ਤਾਂ ਵੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ, ਕਿਉਂਕਿ ਪਹਿਲਾਂ ਤਾਂ ਪਰਿਵਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਕਰਕੇ ਨਹੀਂ ਹੋਈ, ਬਲਕਿ ਉਸ ਨੂੰ ਸਰੀਰਕ ਤੌਰ ਤੇ ਟਾਰਚਰ ਕੀਤਾ ਗਿਆ, ਕਿਉਂਕਿ ਉਸ ਦੇ ਮੋਢੇ ਦੀ ਹੱਡੀ ਉਤਰੀ ਹੋਈ ਸੀ, ਪਸਲੀਆਂ ਵੀ ਟੁੱਟੀਆਂ ਹੋਈਆਂ ਸਨ, ਹੱਥੋਂ ਤੱਕ ਕਿ ਹੱਥਾਂ ਪੈਰਾਂ ਦੇ ਨੋਹ ਵੀ ਉਖਾੜੇ ਗਏ ਸਨ, ਉਂਗਲੀਆਂ ਵੀ ਖਿੱਚੀਆਂ ਗਈਆਂ ਸਨ। ਤਾਂ ਇਹ ਸਭ ਕਿਸ ਤਰ੍ਹਾਂ ਹੋਇਆ? ਤਾਂ ਇਹੀ ਗੱਲ ਅੱਜ ਇੱਕ ਵਾਰ ਫੇਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਦੇ ਵੱਲੋਂ ਕਹੀ ਗਈ ਹੈ ਕਿ ਇਹ ਸਭ ਕਿਸ ਤਰ੍ਹਾਂ ਹੋਇਆ। ਕੀ ਮੇਰਾ ਪੁੱਤ ਕੋਈ ਯੁੱਧ ਲੜ ਰਿਹਾ ਸੀ, ਜਾਂ ਫਿਰ ਕਿਸੇ ਅਖਾੜੇ ਦੇ ਵਿੱਚ ਰੈਸਲਿੰਗ ਕਰ ਰਿਹਾ ਸੀ, ਜਾਂ ਫਿਰ WWF ਦੇ ਵਿੱਚ ਕੁਝ ਕਰ ਰਿਹਾ ਸੀ, ਜਿਸ ਕਰਕੇ ਉਸ ਦੇ ਸਰੀਰ ਦੇ ਉੱਤੇ ਇਸ ਤਰ੍ਹਾਂ ਦੇ ਨਿਸ਼ਾਨ ਆਏ? ਇਸ ਦਾ ਜਵਾਬ ਡਾਕਟਰਾਂ ਨੂੰ ਦੇਣਾ ਪਵੇਗਾ। ਤਾਂ ਵੇਖਦੇ ਹਾਂ ਕਿ ਅੰਤਿਮ ਸੰਸਕਾਰ ਅੱਜ 2 ਵਜੇ ਦੇ ਕਰੀਬ ਹੋ ਜਾਵੇਗਾ। ਉਸ ਤੋਂ ਬਾਅਦ ਪਰਿਵਾਰ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦਾ ਹੈ, ਕਿ ਦੂਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਰਿਵਾਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁਖ ਕਰਦਾ ਹੈ ਜਾਂ ਨਹੀਂ। ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ, ਜੁੜੇ ਰਹੋ ਹਮਦਰਦ TV ਦੇ ਨਾਲ।